ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਇਆ ਤਾ ਕਾ ਸਫਲ ਹੈ ਪਰਉਪਕਾਰੀ ਹੋਏ ਦੁਖ ਸਹਸਰ ਆਪਣੈ ਸੁਖਦਾਈ ਸਭ ਕੋਏ ਜਿਨਾ ਸਾਸ ਗਿਰਾਸ ਨ ਵਿਸਰੈ ਹਰਿ ਨਾਮਾ ਮਨ ਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ ਬੇਸੁਮਾਰ ਅਥਾਹ ਅਗਨਤ ਅਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੀਨ ਦੁਨੀਆਂ ਦੇ ਪਾਤਸ਼ਾਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਿਲ ਕਰਕੇ ਫਤਿਹ ਵਿੱਚ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਆਪਾਂ ਐਸੇ ਨਾਮ ਰਸੀਏ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਬਾਣੀ ਵਿੱਚ ਰਹਿੰਦਿਆਂ ਹੋਇਆਂ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਸਰਵਣ ਕਰਦਿਆਂ ਬਤੀਤ ਕੀਤਾ ਜਿਨ੍ਹਾਂ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਐਸੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਦੀ 10ਵੀਂ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਪਾਵਨ ਪਵਿੱਤਰ ਸਮਾਗਮ ਗੁਰਮੁਖ ਪਿਆਰਿਆਂ ਵੱਲੋਂ ਰੱਖੇ ਗਏ ਹਨ। ਮਹਾਂਪੁਰਖਾਂ ਵੱਲੋਂ ਜੋ ਸਮਾਗਮ ਪ੍ਰਾਰੰਭ ਕਰਵਾਏ
ਤਿਨਾਂ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਪਰਸੋਂ ਰੋਜ਼ ਤੋਂ ਜੋ ਪਾਵਨ ਪਵਿੱਤਰ ਗੁਰਬਾਣੀ ਦੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਐਸੀ ਪਾਵਨ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਸਨ, ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਅੱਜ ਭੋਗ ਪਾਏ ਗਏ ਹਨ। ਸੋ ਅੱਜ ਦੇ ਦਿਨ ਜੋ ਸਤਿਗੁਰੂ ਮਹਾਰਾਜ ਜੀ ਨੇ ਭੋਗਾਂ ਤੋਂ ਉਪਰੰਤ ਸਾਡੇ ਤਾਈਂ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰੀਏ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਇਸ ਸ੍ਰੀ ਮੁਖਵਾਕ ਸਾਡੇ ਤਾਈਂ ਬਖਸ਼ਿਸ਼ ਕੀਤੇ ਹਨ, ਐਸੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਸਾਧ ਸੰਗਤ ਜੀ ਬਹੁਤ ਸਿੱਖਿਆਵਾਂ ਮਿਲਦੀਆਂ ਹਨ। ਜੀਵਨ ਜਾਚ ਮਿਲਦਾ ਹੈ ਕਿ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਹੈ, ਕਿਸ ਤਰ੍ਹਾਂ ਗੁਰੂ ਦੇ ਲੇਖੇ ਵਿੱਚ ਪ੍ਰੇਮ ਦੇ ਨਾਲ ਕਿਸ ਤਰ੍ਹਾਂ ਆਪਣਾ ਜੀਵਨ ਜਿਉਣਾ ਹੈ। ਉਹ ਜਿਨ੍ਹਾਂ ਨੂੰ ਸਾਧੂਆਂ ਦੀ, ਮਹਾਤਮਾ ਦੀ, ਐਸੇ ਮਹਾਂਪੁਰਖਾਂ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ, ਉਹਨਾਂ ਦਾ ਫਿਰ ਸਾਧ ਸੰਗਤ ਦੀ ਜੀਵਨ ਕਿਤੇ ਤੋਂ ਕਿਤੇ ਬਦਲ ਜਾਂਦਾ ਹੈ। ਭਾਵੇਂ ਕਿ ਕੋਈ ਕਿਤਨਾ ਵੀ ਪਾਪ ਕਰਮ ਕਰਨ ਵਾਲਾ ਕਿਉਂ ਨਾ ਹੋਵੇ, ਮਾੜੇ ਤੋਂ ਮਾੜਾ ਕਰਮ ਕਰਨ ਵਾਲਾ ਜੀਵ ਹੋਏ, ਜਦੋਂ ਕਿਸੇ ਪੂਰਨ ਸਾਧੂ ਮਹਾਤਮਾ ਦੀ ਕਿਰਪਾ ਦ੍ਰਿਸ਼ਟੀ ਨਿਗਾਹ ਉਹਦੇ ਉੱਤੇ ਪੈ ਜਾਂਦੀ ਹੈ, ਤਾਂ ਫਿਰ ਸਾਧ ਸੰਗਤ ਜੀ ਉਹਦਾ ਜੀਵਨ ਬਦਲ ਜਾਂਦਾ ਹੈ। ਇਉਂ ਫਿਰ ਐਸੇ ਪੂਰਨ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਜੋ ਸਮਾਗਮ ਬਰਸੀ ਦੇ ਰੱਖੇ ਗਏ ਹਨ, ਇਹਨਾਂ ਵਿੱਚ ਆਪਾਂ ਹਾਜ਼ਰੀਆਂ ਭਰ ਕੇ ਆਪਣਾ ਅਮੋਲਕ ਜਿਹੜਾ ਸਵਾਸਾਂ ਦੀਆਂ ਘੜੀਆਂ ਹਨ, ਉਹਨਾਂ ਨੂੰ ਲੇਖੇ ਵਿੱਚ ਲਾਈਏ। ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਉਹਨਾਂ ਸਤਿਪੁਰਖਾਂ ਦੀ ਯਾਦ ਅੰਦਰ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਾਡੇ ਤਾਈਂ ਬਖਸ਼ਿਸ਼ ਕਰਦੇ ਹਨ, ਐਸੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰੀਏ। ਕਿਉਂਕਿ ਸਾਧ ਸੰਗਤ ਜੀ ਐਸੇ ਸੰਤ ਮਹਾਂਪੁਰਖ ਸੰਸਾਰ ਦੇ ਅੰਦਰ ਵਿਰਲੇ ਹੀ ਹੁੰਦੇ ਹਨ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਦਾ ਚੇਤਾ ਹੁੰਦਾ ਹੈ। ਨਹੀਂ ਤਾਂ ਸਾਰੇ ਸੰਸਾਰ ਦੇ ਅੰਦਰ ਕੈਸੇ ਜੀਵ ਹਨ, ਦੁਨੀਆ ਕੈਸੀ ਕਿ ਪਦਾਰਥਾਂ ਦੇ ਪਿੱਛੇ, ਕੋਈ ਧਨ ਦੌਲਤ ਦੇ ਵਿੱਚ, ਕੋਈ ਮਾਇਆ ਦੇ ਵਿੱਚ, ਮੋਹ ਮਮਤਾ ਵਿੱਚ ਫਸਿਆ ਪਿਆ ਹੈ। ਉਹ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਵਿਰਲਾ ਹੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹਨੂੰ ਪਰਮੇਸ਼ਰ ਦਾ ਚੇਤਾ ਹੈ, ਜਿਸ ਨੇ ਆਪਣੇ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕੀਤਾ ਹੈ, ਸਦਾ ਵਾਸਤੇ ਫਿਰ ਅੱਠੇ ਪਹਿਰ ਪਰਮੇਸ਼ਰ ਨੂੰ ਧਿਆਉਂਦਾ ਹੈ। ਐਸੇ ਸੰਸਾਰ ਦੇ ਅੰਦਰ ਸਾਧੂ ਸੰਤ ਮਹਾਤਮਾ ਵਿਰਲੇ ਹੀ ਹੁੰਦੇ ਹਨ, ਥੋੜ੍ਹੇ ਦੀ ਗਿਣਤੀ ਵਿੱਚ ਹੀ ਹੁੰਦੇ ਹਨ। ਤੇ ਉਹ ਥੋੜ੍ਹਿਆਂ ਦੇ ਵਿੱਚੋਂ ਵੀ ਜੇ ਕੋਈ ਕਿਤੇ ਇੱਕ ਐਸੇ ਮਹਾਂਪੁਰਖ ਦੀ ਸਤ ਸੰਗਤ ਪ੍ਰਾਪਤ ਹੋ ਜਾਵੇ, ਉਸ ਦੇ ਪਾਸੋਂ, ਐਸੇ ਮਹਾਂਪੁਰਖਾਂ ਪਾਸੋਂ ਸਿੱਖਿਆ ਪ੍ਰਾਪਤ ਕਰਕੇ ਤੇ ਆਪਣਾ ਜੀਵਨ ਸਫਲਾ ਹੋ ਸਕਦਾ ਹੈ। ਉਹ ਸਾਧ ਸੰਗਤ ਜੀ ਐਸੇ ਮਹਾਂਪੁਰਖ ਸੰਤ ਸ਼ਬਦ ਦੀ ਜੇ ਪਰਿਭਾਸ਼ਾ ਵੇਖੀਏ ਸਾਧ ਸੰਗਤ ਜੀ, ਤਾਂ ਸੱਸੇ ਤੋਂ ਕੀ ਹੋਣਾ ਚਾਹੀਦਾ ਹੈ। ਐਸੇ ਜਿਹੜੇ ਪੂਰਨ ਮਹਾਂਪੁਰਖ ਦੀ ਕੀ ਨਿਸ਼ਾਨੀ ਹੈ ਕਿ ਸਿਮਰਨ, ਉਹਦੇ ਸਵਾਸ ਵਿੱਚ ਸਿਮਰਨ ਚੱਲਦਾ ਹੁੰਦਾ ਹੈ। ਇਹ ਕੋਈ ਇੱਕ ਦਿਨ ਅੱਧੇ ਗੱਲ ਦੇ ਨਾਲ ਸਿਮਰਨ ਨਹੀਂ ਚੱਲਦਾ। ਜਿਹੜਾ ਬਚਪਨ ਤੋਂ ਲੈ ਕੇ ਕਈ ਸਾਲਾਂ ਤੋਂ ਜਿਹੜੀ ਭਗਤੀ ਕੀਤੀ ਹੁੰਦੀ ਹੈ, ਜਾਂ ਪਰਮੇਸ਼ਰ ਦੇ ਨਾਲ ਐਸਾ ਅਥਾਹ ਪ੍ਰੇਮ ਹੁੰਦਾ ਹੈ, ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਸਵਾਸ ਉਸ ਗੁਰਮੁਖ ਪਿਆਰੇ ਦੇ ਰੋਮ ਰੋਮ ਦੇ ਵਿੱਚੋਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਐਸੇ ਜਿਨ੍ਹਾਂ ਨੇ ਗੁਰਾਂ ਨੂੰ ਮੁਖੀ ਕਰਕੇ ਜਾਣਿਆ ਹੈ, ਸਦਾ ਵਾਸਤੇ ਆਪਣੇ ਮਨ ਨੂੰ ਅੱਗੇ ਨਹੀਂ ਰੱਖਿਆ, ਸਗੋਂ ਸਤਿਗੁਰੂ ਮਹਾਰਾਜ ਜੀ ਦੇ ਭਾਣੇ ਨੂੰ, ਹੁਕਮ ਨੂੰ ਮੰਨ ਕੇ ਸਦਾ ਆਪਣਾ ਜੀਵਨ ਬਤੀਤ ਕੀਤਾ ਹੈ, ਐਸੇ ਗੁਰਮੁਖ ਰੋਮ ਰੋਮ ਹਰਿ ਧਿਆਵੈ। ਰੋਮ ਰੋਮ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਹੀ ਕਰਦੇ ਰਹਿੰਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਸਾਨੂੰ ਤੁਸੀਂ ਇਹ ਅਮੋਲਕ ਦੇਹ ਹੀ ਜਿਹੜੀ ਦਿੱਤੀ ਹੈ, ਕਿਰਪਾ ਕਰਕੇ ਸਵਾਸਾਂ ਦੇ ਨਾਲ ਇਹ ਸਾਡੀ ਨਿਭ ਜਾਵੇ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਿਆਂ ਹੀ ਸਮਾਂ ਸਾਰਾ ਬਤੀਤ ਹੋਵੇ ਸਾਡਾ। ਕਿਉਂਕਿ ਸਾਧ ਸੰਗਤ ਜੀ ਜਦੋਂ ਨਾਮ ਦਾ, ਸਿਮਰਨ ਦਾ ਆਨੰਦ ਆਉਂਦਾ ਹੈ ਨਾ, ਤਾਂ ਉਹ ਫਿਰ ਕਿਸੇ ਦੇ ਤਾਈਂ ਕੋਈ ਕਹਿ ਕੇ ਦੱਸ ਨਹੀਂ ਸਕਦਾ। ਫਿਰ ਉਹ ਪਰਮੇਸ਼ਰ ਦੇ ਪਾਸੋਂ ਉਹੀ ਜਿਹੜੀ ਦਾਤ ਹੈ ਮੰਗਦਾ ਹੈ। ਕਿਉਂਕਿ ਜਦੋਂ ਉਹ ਰਸ ਆਵਾ, ਇਹ ਰਸ ਨਹੀਂ ਭਾਵਾ,
ਜਦੋਂ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਰਸ ਆ ਜਾਂਦਾ, ਫਿਰ ਸੰਸਾਰ ਦੇ ਦੁਨਿਆਵੀ ਪਦਾਰਥਾਂ ਦੇ ਰਸ ਕੋਈ ਮਾਇਨੇ ਨਹੀਂ ਰੱਖਦੇ, ਉਹ ਫਿਰ ਸਾਰੇ ਉੱਥੇ ਫਿੱਕੇ ਪੈ ਜਾਂਦੇ ਹਨ। ਇਸ ਕਰਕੇ ਜੇ ਕਿਸੇ ਦੇ ਪਾਸੋਂ ਪੁੱਛੀਏ ਕਿ ਭਾਈ ਕਿੰਨਾ ਕੁ ਆਨੰਦ ਪ੍ਰਾਪਤ ਹੋਇਆ ਹੈ, ਤੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹ ਫਿਰ ਐਸੀ ਹਾਲਤ ਹੁੰਦੀ ਹੈ ਕਿ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਵਿਖਿਆਨ ਕਰਕੇ ਕਿ ਮੈਨੂੰ ਇੰਨਾ ਰਸ ਪ੍ਰਾਪਤ ਹੋਇਆ ਹੈ। ਐਸਾ ਜਿਹੜਾ ਸਿਮਰਨ ਗੁਰਮੁਖ ਪਿਆਰਿਆਂ ਦੇ ਵਿੱਚ, ਮਹਾਂਪੁਰਖਾਂ ਦੇ ਹਿਰਦੇ ਵਿੱਚ ਸਵਾਸ ਸਵਾਸ ਸਿਮਰਨ ਹੁੰਦਾ ਹੈ। ਤੇ ਫਿਰ ਸੱਸੇ ਤੇ ਉੱਤੇ ਜਿਹੜੀ ਟਿੱਪੀ, ਉਸ ਤੋਂ ਭਾਵ ਲੈਣਾ ਕਿ ਨੰਨੇ ਤੋਂ ਸਾਧ ਸੰਗਤ ਜੀ ਨਿਮਰਤਾ ਬਹੁਤ ਜ਼ਿਆਦਾ ਹੁੰਦੀ ਹੈ ਮਹਾਂਪੁਰਖਾਂ ਦੇ ਹਿਰਦੇ ਵਿੱਚ। ਆਪਣੇ ਆਪ ਨੂੰ ਸਾਰਿਆਂ ਦਾ ਦਾਸ ਕਹਿੰਦੇ ਹਨ ਕਿ ਅਸੀਂ ਦਾਸਾਂ ਦੇ ਵੀ ਦਾਸ ਹਾਂ, ਕਿ ਛੱਛਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। हे ਸਤਿਗੁਰੂ ਮਹਾਰਾਜ ਜੀ, ਕਿਰਪਾ ਕਰੋ ਇਹਨਾਂ ਦਾਸਾਂ ਦੇ ਵੀ ਸਾਨੂੰ ਦਾਸ ਬਣਾ ਕੇ ਰੱਖੋ। ਐਸੀ ਜਿਹੜੀ ਨਿਮਰਤਾ ਹੁੰਦੀ ਹੈ, ਤੇ ਫਿਰ ਤੱਤੇ ਤੋਂ ਸਾਧ ਸੰਗਤ ਜੀ ਜਿਹੜਾ ਤਿਆਗ ਹੋਣਾ ਜੀਵਨ ਦੇ ਵਿੱਚ। ਇਉਂ ਸਾਰੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਪੈਦਾ ਤਾਂ ਹੁੰਦਾ ਹੈ, ਪਰ ਆਪਣੇ ਆਪ ਨੂੰ ਉਸ ਚਿੱਕੜ ਦੇ ਵਿੱਚ, ਪਾਣੀ ਵਿੱਚ ਲਿਪਾਏਮਾਨ ਨਹੀਂ ਹੋਣ ਦਿੰਦਾ, ਪਾਣੀ ਨੂੰ ਸਪਰਸ਼ ਨਹੀਂ ਹੋਣ ਦਿੰਦਾ, ਆਪਣੀ ਜਿਹੜੀ ਸੁੰਦਰਤਾ ਹੈ ਉਸੇ ਤਰ੍ਹਾਂ ਬਰਕਰਾਰ ਰੱਖਦਾ ਹੈ। ਇਸ ਤਰ੍ਹਾਂ ਐਸੇ ਮਹਾਂਪੁਰਖ ਸੰਸਾਰ ਦੇ ਅੰਦਰ ਸਾਰਾ ਕੁਝ ਸੰਸਾਰ ਵਿੱਚ ਕਰਦਿਆਂ ਹੋਇਆਂ ਹੱਥਾਂ ਪੈਰਾਂ ਦੇ ਨਾਲ ਕਿਰਤ ਵੀ ਕਰਦੇ ਹਨ। ਐਸੇ ਸਤਿਗੁਰੂ ਮਹਾਰਾਜ ਜੀ ਦੇ ਗੁਰਮੁਖ ਪਿਆਰੇ ਫਿਰ ਪਰਮੇਸ਼ਰ ਨੂੰ ਵੀ ਸਦਾ ਵਾਸਤੇ ਚੇਤੇ ਰੱਖਦੇ ਹਨ। ਗ੍ਰਸਥ ਧਰਮ ਵਿੱਚ ਪ੍ਰਵੇਸ਼ ਹੋ ਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ। ਐਸਾ ਫਿਰ ਤਿਆਗ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਿਰਦੇ ਵਿੱਚ। ਇਉਂ ਸਾਧ ਸੰਗਤ ਜੀ, ਇਹ ਸੰਤ ਮਹਾਂਪੁਰਖਾਂ ਦੀ ਪਰਿਭਾਸ਼ਾ ਹੈ ਕਿ ਸੱਸੇ ਤੋਂ ਸਿਮਰਨ ਤੇ ਨੰਨੇ ਤੋਂ ਜਿਹੜਾ ਟਿੱਪੀ ਤੋਂ ਭਾਵ ਨਿਮਰਤਾ, ਤੇ ਫਿਰ ਤਿਆਗ ਹੋਣਾ ਵੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਉਂ ਸਾਧ ਸੰਗਤ ਜੀ, ਜਿਹੜਾ ਸੰਤਾਂ ਮਹਾਂਪੁਰਖਾਂ ਦਾ ਐਸਾ ਨਿਰਾਲਾ ਤੇ ਵਿਲੱਖਣ ਜੀਵਨ ਹੁੰਦਾ ਹੈ ਸੰਸਾਰ ਦੇ ਵਿੱਚ, ਐਸੇ ਮਹਾਂਪੁਰਖਾਂ ਦੀ ਯਾਦ ਅੰਦਰ ਆਪਾਂ ਜੁੜ ਕਰਕੇ ਬੈਠੇ ਹਾਂ। ਸਤਿਗੁਰੂ ਮਹਾਰਾਜ ਜੀ ਦਸਮ ਗ੍ਰੰਥ ਅੰਦਰ ਵੀ ਫਰਮਾਉਂਦੇ ਹਨ ਕਿ ਪਾਵਨ ਪਵਿੱਤਰ ਸੰਤਾਂ ਮਹਾਂਪੁਰਖਾਂ ਦੀ ਮਹਿਮਾ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਕਥਨ ਕੀਤਾ ਹੈ ਕਿ ਸਮੈ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਕਿ ਐਸਾ ਕੋਈ ਸਮਾਂ ਆ ਬਣ ਜਾਵੇ ਜਿੱਥੇ ਕੋਈ ਤੁਹਾਡੀ ਸਹਾਇਤਾ ਨਹੀਂ ਨਾ ਕਰਦਾ, ਉਥੇ ਅਕਾਲ ਪੁਰਖ ਪਰਮੇਸ਼ਰ ਦੇ ਭੇਜੇ ਹੋਏ ਸੰਤ ਜਨ ਆਉਂਦੇ ਹਨ। ਉਹ ਫਿਰ ਜੀਵਾਂ ਦੀ ਕਲਿਆਣ ਕਰਦੇ ਹਨ, ਨਾਮ ਜਪਾ ਕੇ, ਗੁਰਬਾਣੀ ਨੂੰ ਆਧਾਰ ਮੰਨ ਕੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਦਿੰਦੇ ਹਨ। ਕਿਉਂਕਿ ਆਪ ਤਾਂ ਉਹਨਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੀ ਹੁੰਦਾ ਹੈ। ਉਹ ਫਿਰ ਸੰਸਾਰ ਦੇ ਅੰਦਰ ਕੋਈ ਆਪਣੇ ਕਾਰਜ ਵਾਸਤੇ ਨਹੀਂ ਆਉਂਦੇ, ਸਗੋਂ ਦੁਨਿਆਵੀ ਲੋਕਾਂ ਦਾ, ਜਿਹੜਾ ਮਨੁੱਖਾਂ ਦਾ ਉਧਾਰ ਕਰਨ ਵਾਸਤੇ, ਜੀਵਾਂ ਦੀ ਕਲਿਆਣ ਵਾਸਤੇ, ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਾਉਣ ਵਾਸਤੇ ਹੀ ਆਉਂਦੇ ਹਨ। ਐਸੇ ਮਹਾਂਪੁਰਖ ਸੰਸਾਰ ਦੇ ਅੰਦਰ ਸਾਧ ਸੰਗਤ ਜੀ, ਜੋ ਚੱਲ ਕਰਕੇ ਆਪ ਮਹਾਂਪੁਰਖਾਂ ਨੇ ਇਸ ਸੰਸਾਰ ਦੇ ਅੰਦਰ ਆ ਕੇ ਸਾਨੂੰ ਸ਼ੁਭ ਸਿੱਖਿਆਵਾਂ ਦਿੱਤੀਆਂ, ਜੀਵਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਐਸੇ ਮਹਾਂਪੁਰਖਾਂ ਦੀ ਯਾਦ ਅੰਦਰ ਆਪਾਂ ਜੁੜ ਕਰਕੇ ਬੈਠੇ ਹਾਂ। ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਸੋ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗਣੀ ਦੇ ਅੰਦਰ ਘਰ ਸੁਰਤਾਲ ਦੇ ਦੂਸਰੇ ਘਰ ਵਿੱਚ ਗਾਇਨ ਕਰਨ ਦਾ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ। ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਕਿ ਹੈ ਅਕਾਲ ਪੁਰਖ ਪਰਮੇਸ਼ਰ ਜੀ, ਉਸ ਜਗ੍ਹਾ ਦੇ ਉੱਤੇ ਵੀ ਆਪ ਸਾਡੀ ਰੱਖਿਆ ਕਰਨ ਵਾਲੇ ਹੋ। ਮਾਤਾ ਦੇ ਗਰਭ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਐਸੀ ਅਗਨੀ ਹੁੰਦੀ ਹੈ, ਜਠਰਾ ਅਗਨੀ, ਜਿੱਥੇ ਮਾਤਾ ਦੇ ਖਾਧੇ ਹੋਏ ਰੋੜ ਵੀ ਪਚ ਜਾਂਦੇ ਹਨ, ਐਸੀ ਭਿਆਨਕ ਜਿਹੜੀ ਅੱਗ ਹੈ, ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ
ਆਪਣਾ ਪਾਵਨ ਪਵਿੱਤਰ ਸਿਮਰਨ ਦੇ ਕੇ ਤੇ ਰੱਖਿਆ ਕੀਤੀ ਹੈ। ਐਸੇ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਨੇ ਸਾਡੀ ਇਸ ਮਾਤਾ ਦੇ ਗਰਭ ਦੇ ਵਿੱਚ ਵੀ ਰੱਖਿਆ ਕੀਤੀ ਹੈ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰ ਨਹਾਰੇ। ਫਿਰ ਜਿਹੜੀ ਕਾਲ ਦੀ ਵੱਡੀ ਪਾਵਕ ਅੱਗ ਹੈ ਤੇ ਸਾਗਰ ਅਥਾਹ ਲਹਿਰ ਮਹਿ, ਅਥਾਹ ਡੂੰਘਿਆਂ ਤੋਂ ਡੂੰਘੀ ਜਿਹੜੀ ਸਾਧ ਸੰਗਤ ਜੀ ਇਹ ਲਹਿਰਾਂ ਹਨ ਰਾਗ ਦਵੈਸ਼ ਦੀਆਂ, ਫਿਰ ਇਹਨਾਂ ਦੇ ਲਹਿਰ ਦੇ ਵਿੱਚੋਂ ਤਾਰੋ ਤਾਰ ਨਹਾਰੇ। ਇਹਨਾਂ ਰਾਗ ਦਵੈਸ਼ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਸਾਨੂੰ ਜਿਹੜੀਆਂ ਸਾਡੇ ਹਿਰਦੇ ਦੇ ਅੰਦਰ ਇਹ ਲਹਿਰਾਂ ਉੱਠਦੀਆਂ ਹਨ, ਇਹਨਾਂ ਤੋਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪ ਤਾਰਨਹਾਰੇ ਹੋ, ਸਰਬ ਕਲਾ ਸਮਰੱਥ ਹੋ ਤੇ ਆਪ ਤਾਰਨ ਵਾਲੇ ਹੋ ਕੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਲਵੋ। ਸਾਡਾ ਭਲਾ ਕਰੋ ਗਰੀਬ ਨਿਵਾਜ ਸਤਿਗੁਰੂ ਜੀ। ਮਾਧੋ ਤੂੰ ਠਾਕੁਰ ਸਿਰ ਮੋਰਾ। ਫਿਰ ਮਾਧੋ ਜਿਹੜਾ ਅਕਾਲ ਪੁਰਖ ਪਰਮੇਸ਼ਰ ਮਾਇਆ ਦਾ ਪਤੀ, ਐਸਾ ਪਰਮੇਸ਼ਰ ਤੂੰ ਠਾਕੁਰ ਸਿਰ ਮੋਰਾ। ਏ ਠਾਕੁਰ ਮਾਲਕ ਸੁਆਮੀ ਸਤਿਗੁਰੂ ਮਹਾਰਾਜ ਜੀ, ਤੁਸੀਂ ਸਾਡੇ ਸ਼੍ਰੋਮਣੀ ਹੋ, ਫਿਰ ਸਿਰ ਮੋਰਾ ਮੇਰ ਪਰਬਤ ਦੇ ਸਮਾਨ ਹੋ ਸਾਡੇ ਵਾਸਤੇ। ਆਪ ਸਤਿਗੁਰੂ ਮਹਾਰਾਜ ਜੀ ਸਾਡੇ ਵਾਸਤੇ ਉੱਚਿਆਂ ਤੋਂ ਉੱਚੇ ਹੋ, ਐਸੇ ਸੁਆਮੀ ਮਾਲਕ ਗਰੀਬ ਨਿਵਾਜ ਜੀ। ਈਹਾ ਊਹਾ ਤੁਹਾਰੋ ਧੋਰਾ। ਸਾਨੂੰ ਤਾਂ ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਹੀ ਧੋਰਾ ਆਸਰਾ ਹੈ, ਕਿਉਂਕਿ ਸਾਧ ਸੰਗਤ ਜੀ ਸੰਸਾਰ ਅੰਦਰ ਕਿਸੇ ਨੂੰ ਕਿਸੇ ਦਾ ਓਟ ਆਸਰਾ ਹੁੰਦਾ ਹੈ। ਕਿਸੇ ਹੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ। ਮਹਾਰਾਜ ਜੀ ਕਿਸੇ ਨੂੰ ਕਿਸੇ ਦਾ ਓਟ ਆਸਰਾ ਹੈ। ਆਪ ਜੀ ਦੇ ਗੁਰਸਿੱਖਾਂ ਸੇਵਕਾਂ ਨੂੰ ਆਪ ਜੀ ਦਾ ਹੀ ਭਰੋਸਾ ਹੈ ਨਾ। ਆਪ ਸਾਡੇ ਮਹਾਰਾਜ ਜੀ ਇਸ ਸੰਸਾਰ ਤੋਂ ਇਸ ਲੋਕ ਦੇ ਵਿੱਚ ਤੇ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਹੋ, ਕਿਉਂਕਿ ਸੰਸਾਰ ਤੋਂ ਜਦੋਂ ਜੀਵ ਜਾਂਦਾ ਹੈ ਉੱਥੇ ਕੋਈ ਫਿਰ ਸੰਗੀ ਸਾਥੀ ਸਹਾਈ ਨਹੀਂ ਹੁੰਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉੱਥੇ ਫਿਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਸਹਾਈ ਹੋਣਾ ਹੈ ਨਾ। ਇਸ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਹੀ ਸਾਨੂੰ ਊਟ ਆਸਰਾ ਹੈ। ਈਹਾ ਊਹਾ ਤੁਹਾਰੋ ਧੋਰਾ। ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਨਾਮ ਦਾ, ਆਪ ਜੀ ਦਾ ਹੀ ਸਾਨੂੰ ਆਸਰਾ ਹੈ। ਰਹਾਉ। ਅੱਗੇ ਸਤਿਗੁਰੂ ਮਹਾਰਾਜ ਜੀ ਰਹਾਉ ਦਾ ਵਿਸ਼ਰਾਮ ਬਖਸ਼ਿਸ਼ ਕਰਕੇ ਫਰਮਾਉਂਦੇ ਹਨ। ਕੀਤੇ ਕੋ ਮੇਰਾ ਸੰਮਨ ਕਰਨਹਾਰ ਤ੍ਰਿਣ ਜਾਣੈ। ਫਿਰ ਹੈ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਕੀਤੇ ਹੋਏ ਪਦਾਰਥ ਜਿਹੜੇ ਹਨ ਸੰਸਾਰ ਦੇ ਵਿੱਚ, ਕਿਤਨੇ ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਪਦਾਰਥ ਜੀਵਾਂ ਦੇ ਤਾਈਂ ਬਖਸ਼ਿਸ਼ ਕੀਤੇ ਹਨ। ਫਿਰ ਉਹ ਜੀਵ ਕੀਤੇ ਕੋ ਮੇਰਾ ਸਨਮਾਨ ਹੈ। ਉਸ ਪਦਾਰਥਾਂ ਨੂੰ ਮੇਰ ਪਰਬਤ ਦੇ ਨਿਆਈ ਵੱਡੇ ਤੇ ਅਚਲ ਮੰਨ ਲੈਂਦੇ ਹਨ ਕਿ ਇਹ ਸਦਾ ਸੰਸਾਰ ਵਿੱਚ ਰਹਿਣ ਵਾਲੇ ਹਨ। ਇਹ ਪਦਾਰਥਾਂ ਦੇ ਕਰਕੇ ਹੀ ਸਾਡਾ ਜੀਵਨ ਹੈ। ਇਹਨਾਂ ਪਦਾਰਥਾਂ ਨੂੰ ਹੀ ਸਦਾ ਵਾਸਤੇ ਫਿਰ ਆਪਣੇ ਕਰਕੇ ਜਾਣ ਲੈਂਦੇ ਹਨ। ਫਿਰ ਕੀ ਹੁੰਦਾ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਫਿਰ ਉਹ ਦਾਤਾਂ ਜਿਹੜੀਆਂ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਪਦਾਰਥ ਜਿਹੜੇ ਹਨ, ਉਹਨਾਂ ਨੂੰ ਜਦੋਂ ਸੱਚੇ ਜਾਣ ਲਿਆ ਤਾਂ ਫਿਰ ਪਰਮੇਸ਼ਰ ਤਾਂ ਵਿਸਰ ਗਿਆ ਨਾ ਹਿਰਦੇ ਵਿੱਚੋਂ। ਇਉਂ ਫਿਰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਕੇ ਦੱਸਦੇ ਹਨ, ਕੀਤੇ ਕੋ ਮੇਰਾ ਸਨਮਾਨੈ। ਜਿਹੜੇ ਅਕਾਲ ਪੁਰਖ ਪਰਮੇਸ਼ਰ ਜੀ ਆਪ ਜੀ ਦੇ ਕੀਤੇ ਹੋਏ ਪਦਾਰਥ ਹਨ ਸੰਸਾਰ ਦੇ ਅੰਦਰ ਪੈਦਾ, ਉਹਨਾਂ ਨੂੰ ਅਸੀਂ ਮੇਰ ਪਰਬਤ ਦੇ ਨਿਆਈ ਅਚਲ ਸਮਝਦੇ ਹਾਂ ਕਿ ਉਹ ਸਦਾ ਵਾਸਤੇ ਅਟਲ ਹਨ, ਰਹਿਣ ਵਾਲੇ ਹਨ। ਪਰ ਇਹ ਸਤਿਗੁਰੂ ਮਹਾਰਾਜ ਜੀ ਸਾਡੀ ਜੀਵਾਂ ਦੀ ਬੁੱਧੀ ਕੰਮ ਨਹੀਂ ਕਰਦੀ, ਜਾਂ ਸਾਨੂੰ ਪਤਾ ਨਹੀਂ ਲੱਗਦਾ, ਤਾਂ ਕਰਕੇ ਅਗਿਆਨਤਾ ਦੇ ਵਸ ਹੋ ਕੇ ਅਸੀਂ ਇਹ ਪਦਾਰਥਾਂ ਨੂੰ ਸੱਚ ਮੰਨਿਆ ਹੈ। ਪਰ ਅਸਲ ਦੇ ਵਿੱਚ ਇਹ ਜਿਹੜਾ ਸਾਰਾ ਸੰਸਾਰ ਹੈ, ਜਗ ਰਚਨਾ ਸਭ ਝੂਠ ਹੈ। ਜਾਨ ਲੇਹੋ ਰੇ ਮੀਤ, ਇਹ ਸਤਿਗੁਰੂ ਮਹਾਰਾਜ ਨੇ ਵਿਖਿਆਨ ਕਰਕੇ ਦੱਸਿਆ ਹੈ ਨਾ ਕਿ ਸੰਸਾਰ ਦੇ ਪਦਾਰਥ ਜਿੰਨੀ ਰਚਨਾ ਹੈ ਇਹ ਸਾਰੀ ਝੂਠ ਹੈ। ਤੇ ਇਸ ਕਰਕੇ ਜਿਹੜਾ ਸੱਚਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਹੈ ਤੇ ਫਿਰ ਕਰਨ ਹਾਰ ਤ੍ਰਿਣ ਜਾਣੈ। ਐਸੀ ਸਤਿਗੁਰੂ ਮਹਾਰਾਜ ਜੀ ਸਾਡੇ ਜੀਵਾਂ ਦੀ ਹਾਲਤ ਹੈ ਕਿ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੀ ਰਚਨਾ ਕਰਨ ਵਾਲਾ ਐਸਾ ਅਕਾਲ ਪੁਰਖ ਪਰਮੇਸ਼ਰ ਹੈ, ਉਸ ਨੂੰ ਤਾਈਂ ਅਸੀਂ ਤ੍ਰਿਣ ਕੱਖਾਂ ਦੇ ਭਾਵ ਜਾਣਦੇ ਹਾਂ ਕਿ ਉਹ ਅਕਾਲ ਪੁਰਖ ਪਰਮੇਸ਼ਰ ਤੁਲ ਕੱਖਾਂ ਦੇ ਭਾਵ ਹੈ। ਭਾਵ ਉਸ ਪਰਮੇਸ਼ਰ ਨੂੰ ਅਸੀਂ ਕੁਝ ਵੀ ਨਹੀਂ ਜਾਣਦੇ, ਤੁਛ ਮਾਤਰ ਸਮਝਦੇ ਹਾਂ ਆਪਣੀ ਅਗਿਆਨਤਾ ਦੇ ਕਰਕੇ। ਇਸ ਕਰਕੇ ਅਸੀਂ ਇਹਨਾਂ ਪਦਾਰਥਾਂ ਨੂੰ ਹੀ ਸੱਚੇ ਜਾਣਿਆ ਹੈ। ਤੂੰ ਦਾਤਾ ਮੰਗਨ
ਕੋ ਸਗਲੀ ਦਾਨ ਦੇ ਪ੍ਰਭ ਭਾਨੈ। ਫਿਰ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਦਾਤੇ ਵੀ ਕਈ ਪ੍ਰਕਾਰ ਦੇ ਹਨ। ਸਭ ਤੋਂ ਸ਼੍ਰੋਮਣੀ ਦਾਤੇ ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਪਰਮੇਸ਼ਰ ਹਨ, ਜਿਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਕਦੇ ਵਾਸਤੇ ਕੋਈ ਟੋਟਾ ਨਹੀਂ ਆਉਂਦਾ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇ ਦੇ ਟੋਟ ਨਾ ਆਵਈ ਗਣਤ ਭਲੇ ਭੰਡਾਰ। ਐਸਾ ਦਾਤਾ ਜੋ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਦੀਆਂ ਦਾਤਾਂ ਦਿੱਤੀਆਂ ਹੋਇਆਂ ਦਾ ਕੋਈ ਅੰਤ ਨਹੀਂ ਹੈ। ਜਿਤਨਾ ਵੀ ਕੋਈ ਕਿਸੇ ਤਰ੍ਹਾਂ ਵੀ ਪਰਮੇਸ਼ਰ ਦੇ ਪਾਸੋਂ ਕੋਈ ਵੀ ਦਾਤ ਮੰਗ ਲੈਂਦਾ ਹੈ ਤਾਂ ਅਕਾਲ ਪੁਰਖ ਪਰਮੇਸ਼ਰ ਜੀ ਉਹਨਾਂ ਦੇ ਤਾਈਂ ਸਾਰੀਆਂ ਦਾਤਾਂ ਦਿੰਦੇ ਹਨ। ਐਸੇ ਸਮਰੱਥ ਦਾਤੇ ਹਨ ਸਤਿਗੁਰੂ ਮਹਾਰਾਜ ਜੀ। ਤੇ ਫਿਰ ਦਾਤਿਆਂ ਦੇ ਵਿੱਚੋਂ ਵੀ ਸ਼੍ਰੋਮਣੀ ਦਾਤੇ ਸਤਿਗੁਰੂ ਮਹਾਰਾਜ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਕੋਈ ਐਸੇ ਵੀ ਦਾਤੇ ਹਨ ਆਪਣੇ ਆਪ ਨੂੰ ਕਹਾਉਣ ਵਾਲੇ, ਕਹਿੰਦੇ ਕਿ ਅਸੀਂ ਸਾਰਿਆਂ ਦੇ ਤਾਈਂ ਰੋਜ਼ੀ ਰੋਟੀ ਦਿੰਦੇ ਹਾਂ। ਜਦੋਂ ਫਿਰ ਅਕਾਲ ਪੁਰਖ ਪਰਮੇਸ਼ਰ ਦੇ ਬਾਰੇ ਇਹ ਮਹਿਮਾ ਜਾਣੀ ਨਾ, ਮੂਸੇ ਪੈਗੰਬਰ ਨੇ ਕਹਿਣ ਲੱਗਾ ਕਿ ਹੇ ਅਕਾਲ ਪੁਰਖ ਪਰਮੇਸ਼ਰ ਜੀ, ਕਿਰਪਾ ਕਰੋ ਮੇਰੇ ਤੇ ਕਿ ਮੈਨੂੰ ਇਹ ਜਿਹੜੀ ਸਾਰੇ ਜੀਵਾਂ ਦੇ ਤਾਈਂ ਰੋਜੀ ਰੋਟੀ ਦੇਣੀ ਹੈ ਉਹ ਮੇਰੀ ਜਿਹੜੀ ਆਪ ਡਿਊਟੀ ਲਾ ਦੇਵੋ। ਤਾਂ ਫਿਰ ਇਹ ਮੂਸੇ ਪੈਗੰਬਰ ਨੇ ਜਦੋਂ ਵਾਰ-ਵਾਰ ਹੱਠ ਕੀਤਾ, ਪਹਿਲਾਂ ਤਾਂ ਪਰਮੇਸ਼ਰ ਨੇ ਮਨਾ ਕਰ ਦਿੱਤਾ ਕਿ ਤੇਰੇ ਪਾਸੋਂ ਇਹ ਜਿਹੜਾ ਕਾਰਜ ਹੈ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਦਾ ਨਹੀਂ ਹੋਣਾ। ਪਰ ਜਦੋਂ ਵਾਰ-ਵਾਰ ਹੱਠ ਕੀਤਾ ਤਾਂ ਫਿਰ ਕਿਹਾ ਕਿ ਇੱਕ ਦਿਨ ਤੂੰ ਜੀਵਾਂ ਦੇ ਤਾਈਂ ਰੋਜੀ ਰੋਟੀ ਦੇ ਕੇ ਵੇਖ, ਫਿਰ ਤੇਰੇ ਤਾਈਂ ਅਸੀਂ ਪੱਕਾ ਕਰ ਦੇਵਾਂਗੇ। ਤਾਂ ਸਾਧ ਸੰਗਤ ਜੀ ਜਦੋਂ ਇੱਕ ਦਿਨ ਜੀਵਾਂ ਦੇ ਵਾਸਤੇ ਰੋਜ਼ੀ ਰੋਟੀ ਦੇਣੀ ਸੀ ਤਾਂ ਇਸ ਮੂਸੇ ਪੈਗੰਬਰ ਨੇ ਕੀ ਵੇਖਿਆ ਕਿ ਇੱਕ ਜਿਹੜਾ ਜੀਵ ਇਸਤਰੀ ਦੇ ਨਾਲ ਕਬਰ ਦੇ ਵਿੱਚੋਂ ਕੱਢ ਕੇ ਤੇ ਮੰਦ ਕਰਮ ਕਰ ਰਿਹਾ ਸੀ, ਉਸ ਨੂੰ ਐਸਾ ਦੋਸ਼ੀ ਜਾਣ ਕੇ ਇਸਨੇ ਤੇ ਉਹਦੇ ਤਾਈਂ ਰੋਜੀ ਰੋਟੀ ਨਾ ਦਿੱਤੀ। ਤੇ ਦੂਸਰਾ ਸੂਰ ਦੇ ਤਾਈਂ ਵੇਖਦਾ ਹੈ ਕਿ ਇਹ ਸਦਾ ਵਾਸਤੇ ਨਾਲੀਆਂ ਟੋਭਿਆਂ ਦੇ ਵਿੱਚ ਮੂੰਹ ਮਾਰਦਾ ਰਹਿੰਦਾ ਹੈ ਗੰਦ ਦੇ ਵਿੱਚ, ਤਾਂ ਉਸ ਵੱਲ ਘ੍ਰਿਣਾ ਕਰਕੇ ਇਸਨੇ ਰੋਜੀ ਰੋਟੀ ਉਹਨੂੰ ਵੀ ਨਾ ਦਿੱਤੀ ਤੇ ਬਾਕੀ ਸਾਰਿਆਂ ਨੂੰ ਰੋਜੀ ਰੋਟੀ ਦੇ ਦਿੱਤੀ। ਤਾਂ ਫਿਰ ਜਦੋਂ ਪਰਮੇਸ਼ਰ ਜੀ ਦੇ ਪਾਸ ਗਿਆ ਇਹ ਚੱਲ ਕੇ, ਤਾਂ ਫਿਰ ਜਦੋਂ ਪਰਮੇਸ਼ਰ ਜੀ ਨੇ ਕਿਹਾ ਕਿ ਸਾਰਿਆਂ ਤਾਈਂ ਰੋਜ਼ੀ ਰੋਟੀ ਦੇ ਦਿੱਤੀ ਹੈ, ਕਹਿਣ ਲੱਗਾ ਹਾਂਜੀ ਸਾਰਿਆਂ ਦੇ ਤਾਈਂ ਦੇ ਦਿੱਤੀ ਹੈ। ਤਾਂ ਫਿਰ ਦੁਬਾਰਾ ਪਰਮੇਸ਼ਰ ਜੀ ਨੇ ਪੁੱਛਿਆ, ਫਿਰ ਦੂਸਰੀ ਵਾਰ ਦੱਸਿਆ ਕਿ ਮੈਂ ਇੱਕ ਕੁਕਰਮੀ ਜਿਹੜਾ ਮੰਦ ਕਰਮ ਕਰਦਾ ਸੀ ਉਸ ਜੀਵ ਦੇ ਤਾਈਂ ਤੇ ਸੂਰ ਦੇ ਤਾਈਂ ਰੋਟੀ ਨਹੀਂ ਦਿੱਤੀ। ਉਸ ਦੇ ਤਾਈਂ ਰੋਜ਼ੀ ਰੋਟੀ ਤਾਂ ਨਹੀਂ ਦਿੱਤੀ ਕਿ ਉਹ ਮੰਦ ਕਰਮ ਨੂੰ ਕਰ ਰਹੇ ਸਨ। ਫਿਰ ਪਰਮੇਸ਼ਰ ਜੀ ਨੇ ਦੱਸਿਆ ਕਿ ਜੀਵਾਂ ਦੇ ਜਿਹੜੇ ਕਰਮਾਂ ਦਾ ਹਿਸਾਬ ਹੈ, ਲੇਖਾ ਜੋਖਾ ਹੈ, ਉਹ ਫਿਰ ਧਰਮਰਾਜੇ ਦੀ ਕਚਹਿਰੀ ਦੇ ਵਿੱਚ ਹੀ ਹੁੰਦਾ ਹੈ। ਤੇਰਾ ਜਿਹੜਾ ਕੰਮ ਸੀ ਸਾਰਿਆਂ ਦੇ ਤਾਈਂ ਰੋਜ਼ੀ ਰੋਟੀ ਦੇਣੀ ਸੀ, ਤੂੰ ਇਹ ਕਾਰਜ ਆਪਣਾ ਕਰ ਨਹੀਂ ਸਕਿਆ ਹੈ। ਤਾਂ ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਉਸਨੇ ਕੀ ਕੀਤਾ ਕਿ ਆਪਣੀ ਟੋਪੀ ਦੇ ਵਿੱਚ ਇੱਕ ਡੱਬੀ ਵਿੱਚ ਬੰਦ ਕਰਕੇ ਕੀੜੇ ਨੂੰ ਰੱਖ ਲਿਆ। ਤਾਂ ਫਿਰ ਪਰਮੇਸ਼ਰ ਜੀ ਦੇ ਪਾਸ ਗਿਆ, ਕਹਿਣ ਲੱਗਾ ਕਿ ਤੁਸੀਂ ਅੱਜ ਸਾਰਿਆਂ ਦੇ ਤਾਈਂ ਰੋਜ਼ੀ ਰੋਟੀ ਦੇ ਦਿੱਤੀ? ਕਹਿਣ ਲੱਗੇ ਪਰਮੇਸ਼ਰ ਜੀ ਦੇ ਦਿੱਤੀ ਹੈ ਸਾਰਿਆਂ ਦੇ ਤਾਈਂ। ਤਾਂ ਫਿਰ ਆਪਣੀ ਟੋਪੀ ਵਿੱਚੋਂ ਇਸਨੇ ਕੀੜਾ ਲਾ ਕੇ ਜਦੋਂ ਵਿਖਾਉਣ ਲੱਗਾ ਨਾ, ਤਾਂ ਉਸ ਦੇ ਮੂੰਹ ਦੇ ਵਿੱਚ ਵੀ ਇੱਕ ਚੌਲਾਂ ਦਾ ਦਾਣਾ ਸੀ। ਤਾਂ ਫਿਰ ਇਸਨੇ ਜਾਣਿਆ ਕਿ ਪਰਮੇਸ਼ਰ ਆਪ ਜੀ ਵਰਗਾ ਕੋਈ ਦਾਤਾ ਨਹੀਂ ਹੈ ਸੰਸਾਰ ਦੇ ਅੰਦਰ, ਜੋ ਸਾਰਿਆਂ ਦੇ ਤਾਈਂ ਰੋਜ਼ੀ ਰੋਟੀ ਦੇਣ ਵਾਲੇ ਹੋ। ਅਸੀਂ ਸਾਡੇ ਪਾਸੋਂ ਇਹ ਜਿਹੜੀ ਡਿਊਟੀ ਹੈ ਨਹੀਂ ਕੀਤੀ ਜਾਵੇਗੀ। ਉਦੋਂ ਫਿਰ ਪਰਮੇਸ਼ਰ ਦੇ ਤਾਈਂ ਨਮਸਕਾਰ ਕੀਤੀ ਵਾਰ-ਵਾਰ ਇਸ ਪੈਗੰਬਰ ਨੇ। ਸੋ ਸਾਧ ਸੰਗਤ ਜੀ ਐਸੇ ਦਾਤੇ ਸਤਿਗੁਰੂ ਮਹਾਰਾਜ ਜੀ ਜੋ ਸਾਡੇ ਤਾਈਂ ਦਾਤਾਂ ਦੇਣ ਵਾਲੇ ਹਨ। ਸਭ ਤੋਂ ਵੱਡੀ ਦਾਤ ਨਾਮ ਦੀ ਦਾਤ। ਕਈ ਸਾਧ ਸੰਗਤ ਜੀ ਕੋਈ ਕਿਸੇ ਤਰ੍ਹਾਂ ਦੀ ਦਾਤ ਮੰਗਦਾ ਹੈ, ਪਰ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਐਸਾ ਸਤਿਗੁਰੂ ਮਹਾਰਾਜ ਜੀ ਸਾਡੇ ਤਾਈਂ ਆਪ ਜੀ ਨਾਮ ਦੀ ਦਾਤ ਦੇਣਾ ਕਰੋ ਕਿਰਪਾ ਕਰਕੇ। ਫਿਰ ਮਾਗਨ ਕੋ ਸਗਲੀ, ਇਹ ਸਤਿਗੁਰੂ ਮਹਾਰਾਜ ਜੀ ਆਪ ਤਾਂ ਐਸੇ ਦਾਤੇ ਹੋ ਸੰਸਾਰ ਵਿੱਚ, ਜਿਤਨੀ ਸਾਰੀ ਸ੍ਰਿਸ਼ਟੀ ਹੈ ਉਹ ਆਪ ਜੀ ਦੇ ਪਾਸੋਂ ਹੀ ਦਾਤਾਂ ਨੂੰ ਮੰਗਦੀ ਹੈ। ਤੇ ਦਾਨ ਦੇ ਪ੍ਰਭ ਭਾਨੈ। ਫਿਰ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਆਪ, ਜਿਨ੍ਹਾਂ ਦੇ ਤਾਈਂ ਸਤਿਗੁਰੂ ਮਹਾਰਾਜ ਜੀ ਆਪ ਚੰਗੇ ਲੱਗਦੇ ਹੋ, ਜਿਨ੍ਹਾਂ ਨੂੰ ਆਪ ਜੀ ਸਤਿਗੁਰੂ ਮਹਾਰਾਜ ਜੀ ਭਾ ਜਾਂਦੇ ਹੋ, ਆਪ ਜੀ ਨੂੰ ਚੰਗੇ ਲੱਗਦੇ ਹਨ, ਜਿਹੜੇ ਗੁਰਮੁਖ ਨਾਮ ਜਪਦੇ ਹਨ, ਭਾਣੇ ਵਿੱਚ ਚੱਲਦੇ ਹਨ, ਫਿਰ ਉਹਨਾਂ ਨੂੰ ਐਸੀ ਭਾਣੇ ਦੀ ਦਾਤ ਵੀ ਬਖਸ਼ ਦਿੰਦੇ ਹੋ। ਦਾਨ ਦੇਹ ਪ੍ਰਭ ਭਾਨੈ। ਜਿਹੜੇ ਸਤਿਗੁਰੂ ਮਹਾਰਾਜ ਜੀ ਆਪ ਜੀ ਨੂੰ ਭਾ ਜਾਂਦੇ ਹਨ, ਚੰਗੇ ਲੱਗਦੇ ਹਨ, ਐਸੇ ਗੁਰਮੁਖ ਪਿਆਰਿਆਂ ਦੇ ਤਾਈਂ ਜਿਹੜਾ
ਭਾਣੀ ਦੀ ਦਾਤ ਆਪ ਪ੍ਰਭੂ ਸਤਿਗੁਰੂ ਮਹਾਰਾਜ ਜੀ ਬਖਸ਼ ਦਿੰਦੇ ਹੋ। ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ। ਫਿਰ ਹੇ ਅਕਾਲ ਪੁਰਖ ਪਰਮੇਸ਼ਰ ਜੀ, ਇੱਕ ਖਿਣ ਵਿੱਚ ਆਪ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦੇਣ ਵਾਲੇ ਹੋ ਤੇ ਇੱਕ ਖਿਣ ਦੇ ਵਿੱਚ ਹੀ ਨਾਸ਼ ਕਰ ਦੇਣ ਵਾਲੇ ਹੋ। ਹਰਨ ਭਰਨ ਜਾ ਕਾ ਨੇਤਰ ਫੋਰ, ਐਸੇ ਸਮਰੱਥ ਸਤਿਗੁਰੂ ਮਹਾਰਾਜ ਜੀ ਇੱਕ ਖਿਣ ਦੇ ਵਿੱਚ ਤਾਂ ਆਪ ਜੀ ਦੇ ਜਿਹੜੇ ਕੌਤਕ ਹੋਰ ਹਨ, ਅਚਰਜ ਚਲਤ ਤੁਮਾਰੇ, ਐਸੇ ਸਤਿਗੁਰੂ ਮਹਾਰਾਜ ਜੀ ਅਚਰਜ ਕੌਤਕ ਹਨ ਆਪ ਜੀ ਦੇ। ਇੱਕ ਖਿਣ ਦੇ ਵਿੱਚ ਤਾਂ ਕੁਝ ਹੋਰ ਹੁੰਦੇ ਹਨ ਤੇ ਦੂਸਰੇ ਖਿਣ ਦੇ ਵਿੱਚ ਕੁਝ ਹੋਰ ਹੁੰਦੇ ਹਨ। ਖਿਣ ਸਾਧ ਸੰਗਤ ਜੀ ਥੋੜੇ ਤੋਂ ਥੋੜੇ ਸਮੇਂ ਨੂੰ ਕਿਹਾ ਜਾਂਦਾ ਹੈ ਵਿਦਵਾਨਾਂ ਦੇ ਅਨੁਸਾਰ। ਐਸੇ ਥੋੜੇ ਸਮੇਂ ਵਿੱਚ ਵੀ ਜੋ ਅਕਾਲ ਪੁਰਖ ਪਰਮੇਸ਼ਰ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦੇਣ ਵਾਲੇ ਹਨ ਤੇ ਫਿਰ ਸਾਰੀ ਸ੍ਰਿਸ਼ਟੀ ਨੂੰ ਨਾਸ਼ ਵੀ ਕਰ ਦੇਣ ਵਾਲੇ ਹਨ। ਐਸੇ ਸਤਿਗੁਰੂ ਮਹਾਰਾਜ ਜੀ ਖਿਨ ਮਹਿ ਅਵਰ, ਇੱਕ ਖਿਣ ਵਿੱਚ ਕੁਝ ਹੋਰ ਤੇ ਦੂਸਰੇ ਖਿਣ ਦੇ ਵਿੱਚ ਕੁਝ ਹੋਰ ਆਪ ਜੀ ਦੇ ਕੌਤਕ ਹੁੰਦੇ ਹਨ। ਅਚਰਜ ਕੌਤਕ ਹਨ ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਜਿਹੜੇ ਜਿਤਨੇ ਵੀ ਸੰਸਾਰ ਦੇ ਅੰਦਰ ਕੌਤਕ ਹਨ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਫਿਰ ਆਪ ਸਤਿਗੁਰੂ ਮਹਾਰਾਜ ਜੀ ਰੂੜੋ ਜੋ ਸੁੰਦਰ ਹੋ, ਫਿਰ ਗੂੜੋ ਗੁਪਤ ਤੋਂ ਵੀ ਗੁਪਤ ਹੋ, ਗਹਿਰ ਡੂੰਘੇ ਤੇ ਗੰਭੀਰੋ ਗੰਭੀਰ ਡੂੰਘੇ ਤੋਂ ਡੂੰਘੇ ਸਤਿਗੁਰੂ ਮਹਾਰਾਜ ਜੀ ਐਸੇ ਨਿਰਹਲ ਸਰੂਪ ਹੋ ਤੇ ਊਚੋ ਅਗਮ ਅਪਾਰੇ। ਫਿਰ ਉੱਚਿਆਂ ਤੋਂ ਉੱਚੇ ਸਤਿਗੁਰੂ ਮਹਾਰਾਜ ਜੀ ਆਪ ਜੀ ਹੋ ਕਿ ਅਗਮ ਅਪਾਰੇ, ਫਿਰ ਮਨ ਦੀ ਗਮਤਾ ਕਰਕੇ ਆਪ ਜੀ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ। ਆਪ ਜੀ ਦਾ ਕਿਸੇ ਪ੍ਰਕਾਰ ਵੀ ਅਪਾਰੇ ਪਾਰਾਵਾਰ ਤੋਂ ਰਹਿਤ ਹੋ, ਐਸਾ ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਪਾਵਨ ਪਵਿੱਤਰ ਹੈ ਅਕਾਲ ਪੁਰਖ ਪਰਮੇਸ਼ਰ ਜੀ ਸਰੂਪ ਹੈ ਤੇ ਉੱਚਿਆਂ ਤੋਂ ਉੱਚੇ ਹੋ। ਸਤਿਗੁਰੂ ਮਹਾਰਾਜ ਜੀ ਸਾਡੇ ਸਭ ਤੋਂ ਸਾਧ ਸੰਗਤ ਜੀ ਉੱਚਿਆਂ ਤੋਂ ਉੱਚੇ ਹਨ। ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਨ੍ਹਾਂ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਚਿਆਂ ਤੋਂ ਉੱਚੇ ਹੋਣ, ਉਹਨਾਂ ਦੇ ਸੇਵਕ, ਉਹਨਾਂ ਦੇ ਫਿਰ ਸਿੱਖ ਸੇਵਕ ਕਿਸੇ ਦੇ ਪਾਸ ਜਾਂਦੇ ਸੁਣਦੇ ਨਹੀਂ ਹਨ। ਚੰਗੇ ਨਹੀਂ ਲੱਗਦੇ ਕਿ ਹੋਰ ਮੜੀਆਂ ਪੀਰਾਂ ਪਕੰਬਰਾਂ ਦੇ ਜਾ ਕਰਕੇ ਜਾਂ ਹੋਰ ਦੰਬੀਆਂ ਪਖੰਡੀਆਂ ਦੇ ਪਾਸੋਂ ਝੂਠੇ ਸੰਤਾਂ ਦੇ ਪਾਸੋਂ ਨਾਮ ਮੰਗਦੇ ਫਿਰਨ। ਜਿਨ੍ਹਾਂ ਦਾ ਮਾਲਕ ਸਤਿਗੁਰੂ ਮਹਾਰਾਜ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਵੇ, ਇਸ ਕਰਕੇ ਸਤਿਗੁਰੂ ਮਹਾਰਾਜ ਜੀ ਸਾਰਿਆਂ ਤੋਂ ਉੱਚੇ ਉੱਚੇ ਹਨ। ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਵੱਡੀ ਤੋਂ ਵੱਡੀ ਸਾਧ ਸੰਗਤ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਸਾਧ ਸੰਗਤ ਜੀ ਐਸੇ ਮਹਾਂਪੁਰਖਾਂ ਦੀ ਯਾਦ ਅੰਦਰ ਜਿਹੜਾ ਆਪਾਂ ਜੁੜ ਕਰਕੇ ਬੈਠੇ ਹਨ, ਉਹਨਾਂ ਦੇ ਕਿਰਪਾ ਦੇ ਨਾਲ ਹੀ ਫਿਰ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਇਹ ਅਕਾਲ ਪੁਰਖ ਪਰਮੇਸ਼ਰ ਜੀ ਆਪ ਜੀ ਨੇ ਜੋ ਕਿਰਪਾ ਕੀਤੀ ਹੈ ਕਿ ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਸਾਧ ਸੰਗਤ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਦੇ ਨਾਲ ਹੁੰਦੀ ਹੈ। ਵਡਭਾਗੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਵੱਡੇ ਭਾਗਾਂ ਦੇ ਨਾਲ। ਫਿਰ ਜਿਹੜੇ ਭਾਗਾਂ ਤੋਂ ਹੀਣੇ ਹਨ, ਭਾਗਹੀਣ ਭ੍ਰਮ ਚੋਟਾਂ ਖਾਵੈ ਹੈ, ਤੇ ਭਾਗਾਂ ਤੋਂ ਹੀਣੇ ਹਨ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਸਤ ਸੰਗਤ ਨਹੀਂ ਲਿਖੀ, ਉਹ ਵਾਰ-ਵਾਰ ਇੱਥੇ ਸੰਸਾਰ ਵਿੱਚ ਚੋਟਾਂ ਹੀ ਖਾਂਦੇ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ, ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਕਲਯੁਗ ਦੇ ਸਮੇਂ ਵਿੱਚ ਸਾਧ ਸੰਗਤ ਵਿੱਚ ਜੁੜ ਕਰਕੇ ਬੈਠੇ ਹਾਂ। ਤਾਂ ਫਿਰ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਐਸੇ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰਨ ਦਾ ਕਿਤਨਾ ਵੱਡਾ ਮਹਾਤਮ ਹੈ ਕਿ ਕਿਸੇ ਸਾਧੂ ਪੂਰਨ ਮਹਾਂਪੁਰਖ ਦੀ ਸਤ ਸੰਗਤ ਪ੍ਰਾਪਤ ਹੋ ਜਾਣੀ। ਜਦੋਂ ਫਿਰ ਐਸੇ ਮਹਾਂਪੁਰਖਾਂ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ ਨਾ, ਤਾਂ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਤੋ ਸੁਣੀ ਤੁਮਾਰੀ ਬਾਣੀ। ਤਾਂ ਫਿਰ ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਜੋ ਪਵਿੱਤਰ ਤੋਂ ਪਵਿੱਤਰ ਗੁਰਬਾਣੀ ਹੈ, ਜੋ ਗੁਰਬਾਣੀ ਇਸ ਸੰਸਾਰ ਤੋਂ ਜੰਮਣ ਮਰਨ ਕੱਟਣ ਵਾਲੀ ਹੈ, ਵਾਰ-ਵਾਰ ਇਸ ਸੰਸਾਰ ਦੇ ਜਨਮ ਮਰਨ ਨਹੀਂ ਹੁੰਦਾ, ਜੋ ਪਾਵਨ ਪਵਿੱਤਰ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਨ, ਜਿਹੜਾ ਆਪਣਾ ਸਾਰਾ ਜੀਵਨ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਦੇ ਹਨ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਸਰਵਣ ਕਰਕੇ। ਐਸੇ ਮਹਾਂਪੁਰਖ ਸੰਸਾਰ ਦੇ ਅੰਦਰ ਵਿਰਲੇ ਹੀ ਹੁੰਦੇ ਹਨ, ਥੋੜੇ ਹੁੰਦੇ ਹਨ। ਇਉਂ ਗੁਰਬਾਣੀ ਨੂੰ ਆਧਾਰ ਮੰਨਿਆ ਹੋਇਆ ਹੈ ਜਿਨ੍ਹਾਂ ਮਹਾਂਪੁਰਖਾਂ ਨੇ। ਫਿਰ ਸਾਧੂ ਕੌਣ ਹੈ ਕਿ ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ।
ਐਸੇ ਸਾਧ ਜਿਨ੍ਹਾਂ ਨੇ ਆਪਣੇ ਸਾਧੇ ਜਾਂ ਜਿਹੜਾ ਨਾ ਸਾਧੇ ਜਾਣ ਵਾਲਾ ਮਨ ਹੈ ਨਾ, ਉਸ ਮਨ ਨੂੰ ਸਾਧ ਲਿਆ ਹੈ। ਇਹ ਜਿਹੜਾ ਮਨ ਹੈ ਸਾਧ ਸੰਗਤ ਜੀ, ਜੇ ਗੁਰੂ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਵੇ ਤਾਂ ਹੀ ਮਨ ਵਸ ਵਿੱਚ ਆਉਂਦਾ ਹੈ। ਕਿ ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਸਤਿਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਹੀ ਮਨ ਜਿਹੜਾ ਵਸ ਵਿੱਚ ਆਉਂਦਾ ਹੈ। ਫਿਰ ਕਿਰਪਾ ਕਿਸ ਤਰ੍ਹਾਂ ਹੁੰਦੀ ਹੈ? ਗੁਰੂ ਘਰ ਅੰਦਰ ਸੇਵਾ ਕਰਕੇ, ਪਰਮੇਸ਼ਰ ਦੇ ਸਤ ਸੰਗਤ ਦੀ ਸੇਵਾ ਕਰਨ ਦੇ ਨਾਲ ਜਦੋਂ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਜਾਂਦੇ ਹਨ, ਫਿਰ ਗੁਰੂ ਘਰੋਂ ਅੰਦਰ ਐਸੀ ਕਿਰਪਾ ਹੁੰਦੀ ਹੈ ਕਿ ਸਾਰਾ ਜਿਹੜਾ ਸਤਿਗੁਰੂ ਮਹਾਰਾਜ ਜੀ ਪਿਛਲਾ ਸਾਰਾ ਲੇਖਾ ਜੋਖਾ ਮਾਫ ਕਰ ਦਿੰਦੇ ਹਨ। ਸਤਿਗੁਰੂ ਮਹਾਰਾਜ ਜੀ ਫਿਰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ। ਇਉਂ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਧੂ ਮਹੰਤਵਾਂ ਦੀ, ਪੂਰਨ ਸੰਤਾਂ ਮਹਾਂਪੁਰਖਾਂ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਫਿਰ ਸਾਧ ਸੰਗਤ ਜੀ, ਜੇ ਕਰਕੇ ਕੋਈ ਕਹੇ ਕਿ ਮੈਂ ਆਪਣੇ ਮਨ ਨੂੰ ਮਾਰ ਲਿਆ ਹੈ, ਮਨ ਮਾਰਨਾ ਕਿਤੇ ਸੌਖਾ ਨਹੀਂ ਹੈ। ਕਿਉਂਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਹਾਤਮਾ ਸਨ, ਤਿਨਾਂ ਨੇ ਜੋ ਸਾਧ ਸੰਗਤ ਜੀ ਆਪਣੇ ਆਸਣ ਦੇ ਥੱਲੇ ਡੱਡੂ ਆਦਿਕ ਜਿਹੜਾ ਹੈ ਉਸ ਨੂੰ ਪੀਸ ਕੇ ਤੇ ਉਸ ਦੀਆਂ ਪੁੜੀਆਂ ਬਣਾ ਕੇ ਰੱਖਿਆ ਹੋਇਆ ਸੀ। ਫਿਰ ਜਦੋਂ ਕਿਤੇ ਵਰਖਾ ਹੋਈ ਅਚਨਚੇਤ, ਤਾਂ ਫਿਰ ਉਸ ਆਸਣ ਦੇ ਤਲਾਈ ਦੇ ਹੇਠੋਂ ਜਿਹੜੀਆਂ ਨਿੱਕੀਆਂ ਨਿੱਕੀਆਂ ਡੱਡੀਆਂ ਸਨ ਉਹ ਪੈਦਾ ਹੋ ਕੇ ਬਾਹਰ ਨਿਕਲ ਆਈਆਂ। ਤਾਂ ਇਸੇ ਤਰ੍ਹਾਂ ਫਿਰ ਮਹਾਤਮਾ ਦੱਸਦੇ ਹਨ ਕਿ ਮੈਂ ਜਾਣਿਓ ਮਨ ਮਰ ਗਿਓ, ਮਨ ਤੋਂ ਮਰਿਓ ਨਾਹੇ, ਕੁਸੰਗਤ ਵਰਖਾ ਹੋਣ ਤੇ ਬਹੁਰ ਹਰੋ ਹੋ ਜਾਹੇ। ਐਸਾ ਜਿਹੜਾ ਮਨ ਹੈ, ਜੇ ਕਰਕੇ ਆਪਾਂ ਜਾਣ ਲਈਏ ਕਿ ਮਰ ਗਿਆ, ਤਾਂ ਮਰਦਾ ਨਹੀਂ ਹੈ ਛੇਤੀ, ਗੁਰੂ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਹੈ। ਕਿਉਂਕਿ ਜਦੋਂ ਕੁਸੰਗਤ ਦੀ ਵਰਖਾ ਹੁੰਦੀ ਹੈ ਨਾ, ਕੁਸੰਗਤ ਰੂਪ ਵਰਖਾ, ਤਦੋਂ ਫੇਰ ਜਿਹੜਾ ਮਨ ਹੈ ਇਹ ਛੋਟੀਆਂ ਛੋਟੀਆਂ ਡੱਡੀਆਂ ਦੇ ਨਿਆਈ ਹਰਾ ਹੋ ਜਾਂਦਾ ਹੈ। ਭਾਵ ਫੇਰ ਵਿਸ਼ੇ ਵਿਕਾਰਾਂ ਦੇ ਵਿੱਚ ਦੁਬਾਰਾ ਲੱਗ ਜਾਂਦਾ ਹੈ। ਜਦੋਂ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਗਈ, ਫਿਰ ਇਹ ਨਹੀਂ ਕਹਿਣਾ ਕਿ ਸਾਡਾ ਮਨ ਮਰ ਗਿਆ ਹੈ, ਅਸੀਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਭੇਦ ਹਾਂ। ਉਹ ਤਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਸਦਾ ਵਾਸਤੇ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਹੀ ਕਰਦੇ ਰਹਿੰਦੇ ਹਨ, ਸਦਾ ਵਾਸਤੇ ਪਰਮੇਸ਼ਰ ਦਾ ਨਾਮ ਧਿਆਉਂਦੇ ਰਹਿੰਦੇ ਹਨ। ਐਸੇ ਮਹਾਂਪੁਰਖ ਸੰਸਾਰ ਦੇ ਅੰਦਰ ਜਿਹੜੇ ਆਉਂਦੇ, ਲੋਕਾਈ ਦਾ ਭਲਾ ਕਰਨ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਹਾਰੀ ਬਾਣੀ। ਇਹ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਜੋ ਆਪ ਜੀ ਨੇ ਕਿਰਪਾ ਕੀਤੀ ਹੈ ਸਾਡੇ ਵਾਸਤੇ ਕਿ ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਕਰਵਾਈ, ਤਾਂ ਕਰਕੇ ਅਸੀਂ ਜੋ ਆਪ ਜੀ ਕੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕੀਤੀ ਹੈ। ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਫਿਰ ਐਸੇ ਅਕਾਲ ਪੁਰਖ ਪਰਮੇਸ਼ਰ ਜੋ ਸਾਰੇ ਬੰਧਨਾਂ ਤੋਂ ਰਹਿਤ ਕਰਨ ਵਾਲੇ ਪੁਰਖ, ਉਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਹਨ। ਐਸੇ ਅਕਾਲ ਪੁਰਖ ਪਰਮੇਸ਼ਰ ਦਾ ਐਸਾ ਤੇਜ ਪ੍ਰਤਾਪ ਹੈ ਕਿ ਅਨੰਦ ਭਇਆ ਪੇਖਤ ਹੀ ਨਾਨਕ। ਸਤਿਗੁਰੂ ਮਹਾਰਾਜ ਦਾ ਦਰਸ਼ਨ ਕਰਕੇ ਸਦਾ ਵਾਸਤੇ ਸਾਡੇ ਹਿਰਦੇ ਦੇ ਅੰਦਰ ਐਸਾ ਆਨੰਦ ਖੇੜਾ ਪ੍ਰਗਟ ਹੋ ਗਿਆ ਹੈ। ਐਸੀ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਐਸੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀ ਜੋ ਸਾਡੇ ਸਾਰੇ ਸੰਸਾਰ ਦੇ ਅੰਦਰੋਂ ਜੰਮਣ ਮਰਨ ਦੇ ਜਿਹੜੇ ਬੰਧਨ ਹਨ ਕੱਟਣ ਵਿੱਚ ਸਮਰੱਥ ਹਨ। ਐਸਾ ਸਤਿਗੁਰੂ ਮਹਾਰਾਜ ਜੀ ਦਾ ਤੇਜ ਪ੍ਰਤਾਪ ਹੈ ਕਿ ਸਾਨੂੰ ਐਸਾ ਆਨੰਦ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਕਰਕੇ ਵੇਖਤ ਵੇਖਦਿਆਂ ਸਾਰ ਹੀ ਜਦੋਂ ਐਸਾ ਆਨੰਦ ਪ੍ਰਾਪਤ ਹੋਇਆ, ਉਸ ਆਨੰਦ ਦੇ ਤਾਈਂ ਕੋਈ ਕਹਿ ਕਰਕੇ ਦੱਸ ਨਹੀਂ ਸਕਦਾ, ਵਿਖਿਆਨ ਕਰਕੇ ਦੱਸਿਆ ਨਹੀਂ ਜਾ ਸਕਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਇਹ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਜੀ ਨੇ ਜੋ ਅਕਾਲ ਪੁਰਖ ਪਰਮੇਸ਼ਰ ਜੀ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਇਹ ਸਾਧ ਸੰਗਤ ਜੀ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਦਾਸ ਵੱਲੋਂ ਕੀਤੀ ਗਈ। ਸਤਿਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਵਾਈ ਹੈ। ਸਮੂਹ ਜਸ ਕਰਦਿਆਂ ਸਤਿਗੁਰੂ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ। ਸੋ ਸਾਧ ਸੰਗਤ ਜੀ, ਆਪਾਂ ਐਸੇ ਮਹਾਂਪੁਰਖਾਂ ਦੀ ਯਾਦ ਅੰਦਰ ਜੁੜ ਕਰਕੇ ਬੈਠੇ ਹਾਂ। ਤਿਨਾਂ ਦੇ ਜੀਵਨ ਅੰਦਰੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ ਕਿ ਪਰਮੇਸ਼ਰ ਦਾ ਨਾਮ ਜਪ ਕੇ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ। ਇਉਂ ਸਤਿਗੁਰੂ ਮਹਾਂਪੁਰਖਾਂ ਦੀ ਸਤ ਸੰਗਤ ਦਾ ਸਾਡੇ ਤਾਈਂ ਇਹ ਜੀਵਨ ਦਾ ਬਹੁਤ ਪ੍ਰਭਾਵ ਪੈਂਦਾ ਹੈ।
ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸੰਪੂਰਨ ਹੋਈ ਹੈ। ਕਥਾ ਵਿਚਾਰ ਕਰਦਿਆਂ ਆਪ ਸਤਿਗੁਰੂ ਮਹਾਰਾਜ ਜੀ ਸਮਰੱਥ ਹਨ, ਬਖਸ਼ਣਹਾਰ ਹਨ, ਬਖਸ਼ ਲੈਣ। ਸਾਧ ਸੰਗਤ ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ। ਸੋ ਹੁਣ ਇੱਥੇ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਾਧ ਸੰਗ ਜੋ ਤੁਮਹਿ ਮਿਲਾਇਓ, ਤੋ ਸੁਨੇ ਤੁਮਾਰੇ ਬਾਣੀ। ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।